ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਅੱਜ ਆਪਾਂ ਪੜ੍ਹਾਂਗੇ ਜੁਨਾਣ ਦੀ ਲੂਣਾ। ਸੂਰਜ ਮੰਦਰ ਦੀਆਂ ਪੌੜੀਆਂ ਪਾਠ ਪੁਸਤਕ ਦੇ ਵਿੱਚ ਦਰਜ ਸੁਰਜੀਤ ਪਾਤਰ ਜੀ ਦੁਆਰਾ ਲਿਖੀ ਗਈ ਹੈ ਇਹ ਵਾਰਤਕ ਰਚਨਾ। ਹਾਂਜੀ, ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਸ ਵਿੱਚ ਲੇਖਕ ਲਿਖਦੇ ਹੈ, ਕਹਿੰਦੇ ਮਸ਼ਹੂਰ ਫਰਾਂਸੀਸੀ ਨਾਟਕ ਰੇਸ਼ੀਨ ਦੇ ਨਾਟਕ ਫੀਦਰਾ ਦਾ ਪੰਜਾਬੀ ਰੂਪਾਂਤਰ ਕਰ ਰਿਹਾ ਸਾਂ। ਮਤਲਬ ਲੇਖਕ ਫਰਾਂਸੀਸੀ ਕੋਈ ਨਾਟਕਕਾਰ ਹੈ ਰਸੀਨ, ਉਹਨਾਂ ਦਾ ਨਾਟਕ ਹੈ ਫੀਦਰਾ, ਉਹਨਾਂ ਦਾ ਪੰਜਾਬੀ ਦੇ ਵਿੱਚ ਕੀ ਹੈ ਰੂਪਾਂਤਰ ਕਰ ਰਹੇ ਸੀਗੇ। ਕਹਿੰਦੇ ਇਹ ਨਾਟਕ ਯੂਨਾਨੀ ਮਿੱਥ ਕਥਾ 'ਤੇ ਆਧਾਰਿਤ ਹੈ। ਇਸ ਦਾ ਰੂਪਾਂਤਰ ਕਰਦਿਆਂ ਵਾਰ-ਵਾਰ ਮੈਨੂੰ ਲੂਣਾ ਦੀ ਯਾਦ ਆ ਰਹੀ ਸੀ। ਮਤਲਬ ਜਿਹੜਾ ਇਹ ਨਾਟਕ ਦੀ ਜਦੋਂ ਉਹ ਪੰਜਾਬੀ ਰੂਪਾਂਤਰ ਕਰ ਰਹੇ ਸਨ ਤਾਂ ਲੇਖਕ ਨੂੰ ਲੂਣਾ ਦੀ ਯਾਦ ਆਈ। ਇਹ ਨਾਟਕ ਦੀ ਨਾਇਕਾ ਫੀਦਰਾ ਵੀ ਲੂਣਾ ਵਾਂਗ ਰਾਜੇ ਦੀ ਦੂਜੀ ਵਿਆਹ ਦੀ ਰਾਣੀ ਹੈ। ਉਹ ਵੀ ਆਪਣੇ ਮਤਰੇਏ ਪੁੱਤਰ 'ਤੇ ਮੋਹਿਤ ਹੋ ਜਾਂਦੀ ਹੈ, ਠੁਕਰਾਏ ਜਾਣ 'ਤੇ ਝੂਠੀ ਤੌਹਮਤ ਲਾਉਂਦੀ ਹੈ ਅਤੇ ਮਤਰੇਏ ਪੁੱਤ ਦੀ ਮੌਤ ਦਾ ਕਾਰਨ ਬਣਦੀ ਹੈ। ਮੈਂ ਸੋਚਿਆ ਇਸ ਰੂਪਾਂਤਰ ਦਾ ਨਾਮ ਜੁਨਾਣ ਦੀ ਲੂਣਾ ਰੱਖ ਕੇ ਇਸ ਗੀਤ ਨਾਲ ਆਰੰਭ ਕਰਾਂਗਾ। ਮਤਲਬ ਜਿਹੜੀ ਲੂਣਾ ਹੈ ਉਹਨੇ ਵੀ ਦੂਸਰਾ ਵਿਆਹ ਕਰਵਾਇਆ ਸੀ, ਕਿਸੇ ਰਾਜੇ ਨੇ ਜਦੋਂ ਦੂਸਰਾ ਵਿਆਹ ਕਰਵਾਇਆ ਸੀ ਤਾਂ ਉਹ ਆਪਦੇ ਮਤਰੇਏ ਪੁੱਤ 'ਤੇ ਮੋਹਿਤ ਹੋ ਜਾਂਦੀ ਹੈ। ਉਸ ਤਰੀਕੇ ਨਾਲ ਹੀ ਫੀਦਰਾ ਜਿਹੜੀ ਆਪਦੇ ਮਤਰੇਏ ਪੁੱਤਰ 'ਤੇ ਮੋਹਿਤ ਹੋ ਜਾਂਦੀ ਹੈ, ਤਾਂ ਹੀ ਲੇਖਕ ਨੂੰ ਕੀ ਲੱਗਦੀ ਆ, ਉਹ ਲੂਣਾ ਵਾਂਗ ਲੱਗਦੀ ਹੈ। ਉਸ ਤੋਂ ਬਾਅਦ ਇਹਦੇ ਗੀਤ ਨਾਲ ਜਿਹੜਾ ਲੇਖਕ ਆਰੰਭ ਕਰਦਾ ਹੈ, ਜਿਹਦੇ ਵਿੱਚ ਉਹ ਲਿਖਦਾ ਹੈ, ਇਹ ਇੱਕ ਹੋਰ ਕਹਾਣੀ ਲੂਣਾ ਵਰਗੀ ਹੈ, ਆਪਣੇ ਪੁੱਤ ਮਤਰੇਏ 'ਤੇ ਮਾਂ ਮਰਦੀ ਹੈ। ਲੂਣਾ ਅਤੇ ਪੂਰਨ ਪੰਜਾਬ ਦੇ ਜਾਏ ਹਨ, ਪਰ ਅੱਜ ਦੇ ਕਰਤਾਰ ਜੁਨਾਨੋਂ ਆਏ ਹਨ। ਅੱਜ ਤੋਂ ਪਹਿਲਾਂ ਸਾਡੇ ਲਈ ਪਰਾਏ ਸਨ, ਅੱਜ ਸਾਡੇ ਹਮਹਾਲ ਵਿੱਚ ਹਮਸਾਏ ਹਨ। ਜਜ਼ਬੇ ਲੀਕਾਂ ਅਤੇ ਹੱਦਾਂ ਨੂੰ ਤੋੜਦੇ ਨੇ, ਦੂਰ ਦੇਸ਼ ਦੇ ਲੋਕਾਂ ਤਾਈਂ ਜੋੜਦੇ ਨੇ। ਹਰ ਇੱਕ ਦੇਸ਼ ਦਾ ਹੁੰਦਾ ਹੈ ਸਲਵਾਨ ਕੋਈ, ਹਰ ਧਰਤੀ 'ਤੇ ਲੂਣਾ ਜਿਹੀ ਰਕਾਨ ਕੋਈ। ਪੂਰਨ ਵੀ ਹੁੰਦੇ ਨੇ ਹਰ ਇੱਕ ਧਰਤੀ 'ਤੇ, ਜੋ ਹੋਰਾਂ ਦੇ ਪਾਪ ਕਾਰਨ ਮਰਦੇ ਨੇ। ਕੁਦਰਤ ਨੇ ਇਹ ਸਾਰਾ ਖੇਲ ਰਚਾਇਆ ਹੈ, ਪੰਜਾਂ ਤੱਤਾਂ ਤੋਂ ਇਨਸਾਨ ਬਣਾਇਆ ਹੈ। ਕਿਸੇ ਪਾਉਣ ਵਿੱਚ ਬਹੁਤੀ ਖਾਕ ਰਲਾਈ ਹੈ, ਕਿਸੇ ਖਾਕ ਵਿੱਚ ਅਗਨੀ ਬਹੁਤ ਮਲਾਈ ਹੈ। ਇਸ ਤਰੀਕੇ ਦੀਆਂ ਜਿਹੜੀਆਂ ਲਾਈਨਾਂ ਜਿਹੜੀਆਂ ਲੇਖਕ ਆਪਣੇ ਨਾਲ ਸਾਂਝੀ ਕਰਦਾ ਹੈ। ਫਿਰ ਉਹ ਕਹਿੰਦਾ ਮੈਨੂੰ ਲੱਗਿਆ ਵੀ ਸਾਰੀਆਂ ਸੱਭਿਆਚਾਰਕ ਸਮ੍ਰਿਤੀਆਂ ਵਿੱਚੋਂ ਲੂਣਾ ਦਾ ਬਿੰਬ ਹੈ ਉਹ ਫੀਦਰਾ ਨਾਲੋਂ ਵੱਖਰਾ ਹੈ। ਲੂਣਾ ਕਾਮਮਤੀ ਇੱਕ ਪਿਰਤੀ ਔਰਤ ਹੈ, ਉਸ ਦੇ ਮੁਕਾਬਲੇ 'ਤੇ ਫੀਦਰਾ ਬਹੁਤ ਗਹਿਰੀ, ਬਹੁਤ ਪਰਤੀ ਅਤੇ ਸੰਵੇਦਨਸ਼ੀਲ ਹੈ। ਉਹ ਕਹਿੰਦਾ ਮੈਨੂੰ ਲੂਣਾ ਅਤੇ ਫੀਦਰਾ ਦੇ ਵਿੱਚ ਥੋੜ੍ਹਾ ਜਿਹਾ ਫਰਕ ਲੱਗਦਾ ਅਤੇ ਉਹ ਫਰਕ ਮੈਨੂੰ ਦੁੱਖ ਦਿੰਦਾ ਹੈ। ਮੈਂ ਹੈਰਾਨੀ ਅਤੇ ਰਸਕ ਨਾਲ ਭਰਿਆ ਸੋਚਦਾ ਹਾਂ ਕਿ ਜੁਨਾਣ ਦੀ ਲੂਣਾ ਸਾਡੀ ਲੂਣਾ ਨਾਲੋਂ ਇੰਨੀ ਗਹਿਰੀ, ਬਹੁ ਪਿਰਤੀ, ਸੰਵੇਦਨਸ਼ੀਲ ਕਿਉਂ ਹੈ। ਸ਼ਿਵ ਦੀ ਲੂਣਾ ਨਾਲੋਂ ਵੀ। ਰਾਹ ਜਾਂਦਿਆਂ ਤੇਜਵੰਤ ਗਿੱਲ ਨਾਲ ਗੱਲ ਹੋਈ। ਉਸ ਦੇ ਖਿਆਲ ਮੁਤਾਬਿਕ ਸੰਵੇਦਨਸ਼ੀਲਤਾ ਵਵਿਸ਼ਟ ਲੇਖਕਾਂ ਦੇ ਪੈਦਾ ਕੀਤੀ। ਮੂਲ ਕਥਾਵਾਂ ਪੜ੍ਹੀਏ ਤਾਂ ਸ਼ਾਇਦ ਬਰਾਬਰ ਹੀ ਹੋਣ। ਮੂਲ ਕਥਾ ਵੱਲ ਜਾਈਏ ਤਾਂ ਉੱਥੇ ਇੱਕ ਫਰਕ ਮੈਨੂੰ ਮਤਲਬ ਕਿ ਜਿਹੜਾ ਫੀਦਰਾ ਜਿਹੜੀ ਹੈਗੀ ਆ ਅਤੇ ਲੂਣਾ ਦੇ ਵਿੱਚ ਕੀ ਫਰਕ ਆ, ਉਹ ਲੇਖਕ ਸਾਡੇ ਨਾਲ ਹੁਣ ਸਾਂਝੀ ਗੱਲ ਕਰਦਾ। ਕਹਿੰਦਾ ਜਿਹੜੀ ਫੀਦਰਾ ਸੀਗੀ, ਕਹਿੰਦੇ ਉਹ ਆਪਣੀ ਮਰ ਚੁੱਕੀ ਸੌਕਣ ਦੇ ਜਵਾਨ ਪੁੱਤਰ ਹੈਪੋਲਾਈਟਸ ਮਤਲਬ ਉਹਦਾ ਪੁੱਤਰ ਹੈਗਾ, ਕਿਉਂਕਿ ਉਹਦੀ ਜਿਹੜੀ ਜਿਹਦੇ ਨਾਲ ਉਹ ਵਿਆਹੀ ਆ ਉਹਦੀ ਪਹਿਲੀ ਪਤਨੀ ਮਰ ਚੁੱਕੀ ਸੀ, ਪਰ ਉਹਦਾ ਇੱਕ ਪੁੱਤਰ ਸੀਗਾ। ਕਹਿੰਦੇ ਉਹਦੇ ਨਾਲ ਫੀਦਰਾ ਨੂੰ ਪਿਆਰ ਹੋ ਗਿਆ ਸੀਗਾ ਅਤੇ ਉਸ ਮਤਰੇਏ ਪੁੱਤਰ ਨੇ ਫੀਦਰਾ ਦਾ ਪਿਆਰ ਠੁਕਰਾ ਦਿੱਤਾ ਸੀ। ਫੀਦਰਾ ਨੇ ਫਾਹਾ ਲੈ ਕੇ ਕਹਿੰਦੇ ਜਾਨ ਲੈ ਲਈ ਸੀ, ਪਰ ਫਿਰ ਝੂਠੀ ਤੌਹਮਤ ਲਾਤੀ ਸੀ ਉਹਨੇ, ਕੁਛ ਉਹ ਛੱਡ ਗਈ ਸੀ ਲਿਖ ਕੇ, ਜਿਹਦੇ ਵਿੱਚ ਉਹਨੇ ਲਿਖਿਆ ਸੀਗਾ ਕਿ ਹਿਪੋਲਾਈਟਸ ਆ ਜਿਹੜਾ ਉਹ ਪੁੱਤਰ ਆ ਉਹਦਾ ਮਤਰੇਆ, ਵੀ ਉਹਦੀ ਮਰਨ ਦਾ ਕਾਰਨ ਕੀ ਹੈ, ਉਹ ਹੈ ਉਹਦੇ ਕਰਕੇ ਉਹ ਮਰੀ ਹੈ, ਕਿਉਂਕਿ ਉਹਨੇ ਮੇਰੀ ਸੇਜ ਅਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਹਿੰਦੇ ਉਸ ਤੋਂ ਬਾਅਦ ਉਹਦਾ ਜਿਹੜਾ ਪਤੀ ਸੀਗਾ ਅਤੇ ਹਿਪੋਲਾਈਟਸ ਦਾ ਪਿਤਾ ਸੀ, ਉਹ ਬਹੁਤ ਗੁੱਸੇ 'ਚ ਹੋ ਕੇ ਅਤੇ ਉਸ ਨੇ ਕੀ ਕੀਤਾ, ਮਤਲਬ ਕਿ ਪੁਰਖਿਆਂ ਨੂੰ ਉਹਦਾ ਆਰਾਧਿਆ ਅਤੇ ਪੁੱਤਰ ਦੀ ਮੌਤ ਮੰਗੀ। ਮਤਲਬ ਕਿ ਉਹਨੇ ਆਪਦੇ ਪੁਰਖਿਆਂ ਤੋਂ ਆਪਦੇ ਪੁੱਤਰ ਦੀ ਮੌਤ ਮੰਗੀ, ਵੀ ਉਹਨੇ ਉਹਦੀ ਦੂਜੀ ਘਰ ਵਾਲੀ ਜਿਹੜੀ ਮਰੀ ਆ ਉਹਦਾ ਕਾਰਨ ਉਹ ਬਣਿਆ। ਇਸ ਕਰਕੇ ਕਹਿੰਦੇ ਸਮੁੰਦਰ ਵਿੱਚੋਂ ਇੱਕ ਦੈਂਤ ਪ੍ਰਗਟ ਹੋਇਆ, ਜਿਸ ਨੇ ਸਮੁੰਦਰ ਦੇ ਕਿਨਾਰੇ ਰੱਥ ਚਲਾ ਰਹੇ ਹਿਪੋਲਾਈਟਸ ਦੇ ਘੋੜਿਆਂ ਨੂੰ ਡਰਾ ਦਿੱਤਾ। ਹਿਪੋਲਾਈਟਸ ਆਪਣੇ ਜਿਹੜੇ ਘੋੜਿਆਂ ਦੇ ਪੌੜਾਂ ਨਾਲ ਮਿੱਧਿਆ ਗਿਆ। ਰਾਜੇ ਪਿਤਾ ਨੂੰ ਸੱਚਾਈ ਦਾ ਜਦੋਂ ਪਤਾ ਲੱਗਿਆ, ਬਹੁਤ ਸਾਲਾਂ ਬਾਅਦ ਪਤਾ ਲੱਗਿਆ। ਇਸ ਕਥਾ ਵਿੱਚ ਪੰਜਾਬੀ ਕਥਾ ਨਾਲੋਂ ਪ੍ਰਮੁੱਖ ਫਰਕ ਇਹ ਹੈ ਕਿ ਇਹ ਆਪਣਾ ਪਿਆਰ ਠੁਕਰਾਏ ਜਾਣ 'ਤੇ ਫੀਦਰਾ ਆਪਣੇ ਮਤਰੇਏ ਪੁੱਤਰ ਦੀ ਮੌਤ ਦਾ ਕਾਰਨ ਬਣਨ ਤੋਂ ਪਹਿਲਾਂ ਆਤਮ ਹੱਤਿਆ ਕਰ ਲੈਂਦੀ ਹੈ। ਮਤਲਬ ਇੱਥੇ ਲੇਖਕ ਕਹਿੰਦਾ ਵੀ ਜਿਹੜੀ ਪੰਜਾਬੀ ਦੀ ਲੂਣਾ ਹੈ ਉਹਦਾ ਫਰਕ ਇਹ ਹੈ ਵੀ ਉਹਦੇ ਵਿੱਚ ਉਹ ਆਪ ਨਹੀਂ ਮਰਦੀ ਹੈਗੀ,
ਠੀਕ ਹੈ, ਸਿਰਫ ਤੌਮਤ ਲਾਉਂਦੀ ਹੈ। ਇਹਦੇ ਵਿੱਚ ਫੀਦਰਾ ਆਪਦੀ ਜਾਨ ਪਹਿਲਾਂ ਦੇ ਦਿੰਦੀ ਹੈ, ਇਹ ਕਹਿ ਕੇ ਵੀ ਉਹਦਾ ਜਿਹੜਾ ਮਤਰੇਆ ਪੁੱਤਰ ਹੈ ਵੀ ਉਹਦੇ ਨਾਲ ਉਹਨੇ ਕੋਈ ਮਾੜੀ ਜਿਹੜੀ ਹਰਕਤ ਕੀਤੀ ਆ। ਅਤੇ ਬੁੱਧ ਦੇ ਬੁੱਤ ਦੇ ਚਿਹਰੇ 'ਤੇ ਹੀ ਕੋਮਲਤਾ ਦੇ ਬਰੀਕ ਹੈ। ਉਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਬੁੱਧ ਦੇ ਬੁੱਤ 'ਤੇ ਬਹੁਤ ਕਲਾਕਾਰਾਂ ਨੇ ਕੰਮ ਕੀਤਾ। ਕਿਸੇ ਕਿਰਦਾਰ ਦੀ ਗਹਿਰਾਈ, ਜਟਲਤਾ, ਬਹੁਪਰਤਤਾ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਉਸ ਦੀ ਉਸਾਰੀ ਅਤੇ ਚਿਤਰਨ ਉੱਤੇ ਕਿੰਨੇ ਕੁ ਲੇਖਕਾਂ ਨੇ ਕੰਮ ਕੀਤਾ। ਯੂਨਾਨ ਦੀ ਲੂਣਾ ਉੱਤੇ ਕਿੰਨਾ ਕੰਮ ਹੋਇਆ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਤੋਂ 24-25 ਸਦੀਆਂ ਪਹਿਲਾਂ ਯੂਨਾਨ ਦੇ ਵਿਸ਼ਵ ਪ੍ਰਸਿੱਧ ਨਾਟਕਕਾਰ ਯੂਰੀਪਿਟੀਜ਼ ਨੇ, ਜਿਸ ਨੂੰ ਅਰਸਤੂ ਨੇ ਸਭ ਤੋਂ ਵੱਡਾ ਦੁਖਾਂਤਕਾਰ ਕਿਹਾ, ਇਸ ਮਿੱਥ ਕਥਾ ਨੂੰ ਆਧਾਰ ਬਣਾ ਕੇ ਦੁਖਾਂਤ ਲਿਖਿਆ। ਯੂਰੀਪਿਟੀਜ਼ ਨੇ ਇਸ ਮਿੱਥ ਕਲਾ ਨੂੰ ਜੋ ਗੋਂਦ ਦਿੱਤੀ, ਉਸ ਸਦਕਾ ਇਸ ਕਥਾ ਹੋਰ ਵੀ ਡੂੰਘੇ ਅਰਥਾਂ ਵਿੱਚ ਚਲੀ ਗਈ। ਯੂਰੀਪਿਟੀਜ਼ ਨੇ ਦੁਖਾਂਤ ਮੁਤਾਬਿਕ ਫੀਦਰਾ ਦਾ ਜਿਹੜਾ ਮਤਰੇਆ ਪੁੱਤਰ ਹੈ, ਮਤਰੇਆ ਦੀ ਦੇਵੀ ਆਰਤੇਮਿਸ ਦਾ ਪੁਜਾਰੀ ਸੀ, ਜਿਸ ਕਾਰਨ ਪਿਆਰ ਦੀ ਦੇਵੀ ਐਫਰੋਡਾਈਟ ਉਸ 'ਤੇ ਕਰੋਪੀ ਹੋ ਗਈ। ਹਿਪੋਲਾਈਟਸ ਉੱਤੇ ਬਹੁਤ ਗੁੱਸਾ ਕੱਢਣ ਲਈ ਪਿਆਰ ਦੀ ਦੇਵੀ ਨੇ ਫੀਦਰਾ ਨੂੰ ਆਪਣਾ ਹਥਿਆਰ ਬਣਾਇਆ ਅਤੇ ਉਸ ਨੇ ਦਿਲ ਵਿੱਚ ਮਤਰੇਏ ਪੁੱਤਰ ਲਈ ਮੂੰਹ ਜ਼ੋਰ ਤ੍ਰਿਸ਼ਨਾ ਜਗਾ ਦਿੱਤੀ, ਜਿਸ ਨੂੰ ਠੁਕਰਾਉਣਾ ਹਿਮੋਲਾਈਟਸ ਦੀ ਮੌਤ ਦਾ ਕਾਰਨ ਬਣਿਆ। ਇਉਂ ਦੇਵੀਆਂ ਦੀ ਆਪਣੀ ਖਹਿ ਦੁਆਰਾ ਯੂਰੀਪਿਟੀਜ਼ ਦੇਵੀ ਦੇਵਤਿਆਂ, ਕੁਦਰਤੀ ਖਾਹਿਸ਼ਾਂ, ਮਾਨਵ ਦੀ ਮਰਿਆਦਾ, ਸੁਤੰਤਰਤਾ, ਇੱਛਾ ਅਤੇ ਬ੍ਰਹਿਮੰਡੀ ਪ੍ਰਬੰਧਕਾਂ ਦੀ ਆਪਸੀ ਟੱਕਰ ਨੂੰ ਮੂਰਤੀਮਾਨ ਕਰਦਾ ਹੋਇਆ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਚੇਰੇ ਅਤੇ ਅਦ੍ਰਿਸ਼ ਦੇਵੀ ਸਿਸਟਮ ਵਿੱਚ ਵਿਚਾਰੇ ਬੰਦੇ ਦਾ ਸਿਰਫ ਹਥਿਆਰ, ਸਾਧਨ ਅਤੇ ਸ਼ਿਕਾਰ ਹੀ ਬਣਦੇ ਹਨ। ਇਸ ਤੋਂ 4 ਕੁ ਸਦੀਆਂ ਬਾਅਦ ਰੋਮਨ ਕਵੀ ਸਨੇਕਾ ਨੇ ਇਸ ਮਿੱਥ ਕਥਾ ਨੂੰ ਆਪਣਾ ਆਧਾਰ ਬਣਾ ਕੇ ਨਾਟਕ ਲਿਖਿਆ। ਉਸ ਨੇ ਇਸ ਦਾ ਨਾਮ ਯੂਰੀਪਿਟੀਜ਼ ਵਾਂਗ ਹਿਪੋਲਾਈਟਸ ਨਹੀਂ ਫੀਦਰਾ ਰੱਖਿਆ, ਜਿਸ ਨਾਲ ਸ਼ਿਵ ਕੁਮਾਰ ਦੇ ਕਾਦਰ ਯਾਰ ਦੇ ਵਿਪਰੀਤ ਆਪਣੀ ਰਚਨਾ ਦਾ ਨਾਮ ਪੂਰਨ ਭਗਤ ਦੀ ਥਾਂ ਲੂਣਾ ਰੱਖਿਆ। ਸੇਨੇਕਾ ਨੇ ਜ਼ਿਆਦਾ ਬਲ ਫੀਦਰਾ ਦੇ ਬਦਨਸੀਬ ਵੇਗ ਅਤੇ ਯਥਾਰਥ ਚਿਤਰਨ ਉੱਪਰ ਦਿੱਤਾ। ਇਸ ਨਾਟਕ ਦੀ ਫੀਦਰਾ ਪਹਿਲਾਂ ਨਹੀਂ ਮਤਰੇਏ ਪੁੱਤਰ ਦੀ ਭਿਆਨਕ ਮੌਤ ਤੋਂ ਬਾਅਦ ਪਰਛਾਵੇਂ ਕਾਰਨ ਖੁਦਕੁਸ਼ੀ ਕਰਦੀ ਹੈ। ਯੂਰੀਪਿਟੀਜ਼ ਤੋਂ 21 ਸਦੀਆਂ ਬਾਅਦ ਫਰਾਂਸੀਸੀ ਨਾਟਕ ਰੇਸੀਨ ਨੇ 1777 ਈਸਵੀ ਵਿੱਚ ਫੀਦਰਾ ਲਿਖਿਆ। ਰੇਸੀਨ ਦੀ ਫੀਦਰਾ ਵੇਗ ਦੀ ਬਦਕਾਰ ਗੁਲਾਮ ਨਹੀਂ, ਨਾ ਹੀ ਉਹ ਆਪਣੇ ਅੰਗਾਂ 'ਤੇ ਮੋਹਿਤ ਅੱਗ ਦੀ ਪੁਤਲੀ ਹੈ, ਨਾ ਹੀ ਉਹ ਆਪਣੇ ਪਤੀ ਅਤੇ ਆਪਣੀ ਉਮਰ ਵਿਚਕਾਰੇ ਫਰਕ ਕਾਰਨ ਆਪਣੇ ਵਿਵਹਾਰ ਨੂੰ ਸਹੀ ਸਾਬਿਤ ਕਰਦੀ ਹੈ। ਉਹ ਤਾਂ ਸਗੋਂ ਆਪਣੇ ਵੇਗ ਨੂੰ ਨਫ਼ਰਤ ਕਰਦੀ ਹੈ। ਤਣਾਓ ਅਤੇ ਗੁਨਾਹ ਦੇ ਅਹਿਸਾਸ 'ਚੋਂ ਲੰਘਦੀ ਇੱਕ ਤੜਫ ਰਹੀ ਸੰਵੇਦਨਸ਼ੀਲ ਆਤਮਾ ਹੈ। ਸੁਚੇਤ ਵਿਵੇਕ ਅਤੇ ਅਚੇਤ ਵੇਗ ਦੀਆਂ ਇਬਾਰਤਾਂ ਉਸ ਦੇ ਅੰਦਰ ਉਲਝਦੀਆਂ ਤੜਫਦੀਆਂ ਹਨ। ਉਹ ਆਪਣੇ ਮਨ ਵਿੱਚ ਸੁਲਗ ਰਹੇ ਵੇਗ ਤੋਂ ਬਚਣ ਲਈ ਬਹੁਤੇ ਤਰਲੇ ਲੈਂਦੀ ਹੈ। ਹਿਪੋਲਾਈਟਸ ਨੂੰ ਅੱਖੋਂ ਓਹਲੇ ਕਰਨ ਲਈ ਉਹ ਇਸ ਨੂੰ ਏਥਨਜ਼ ਤੋਂ ਦੂਰ ਭਿਜਵਾ ਦਿੰਦੀ ਹੈ। ਉਸ ਨੂੰ ਸ਼ਹਿਰ ਨਿਕਾਲਾ ਦਿਲਵਾ ਦਿੰਦੀ ਹੈ। ਦੇਵਤਿਆਂ ਅੱਗੇ ਅਰਦਾਸ ਕਰਦੀ ਹੈ ਕਿ ਉਹ ਉਸ ਨੂੰ ਇਸ ਪਿਆਰ ਤੋਂ ਮੁਕਤ ਕਰਨ। ਦੇਵਤਾ ਹੈ ਜਾਂ ਕਿ ਦਾਨਵ, ਜੋ ਵੀ ਹੈ ਤੂੰ ਰਹਿਮ ਕਰ, ਮੈਨੂੰ ਆਪਣੀ ਪਕੜ ਤੋਂ ਤੂੰ ਮੁਕਤ ਕਰ, ਤੂੰ ਬਚਾ ਲੈ ਮੈਨੂੰ ਆਪਣੇ ਵੇਗ ਤੋਂ, ਮੈਂ ਤੇਰੀ ਪੂਜਾ ਕਰਾਂਗੀ ਉਮਰ ਭਰ। ਇੱਕ ਹੋਰ ਥਾਂ ਉਸਨੇ ਆਪਣੇ ਮਨ ਦੀ ਦਿਓ ਦਿਸ਼ਾ ਬਿਆਨ ਕੀਤੀ ਹੈ। ਕਿਸੇ ਝੱਖੜ 'ਚ ਮੇਰਾ ਨਾਮ ਉੱਡਿਆ ਫਿਰ ਰਿਹਾ ਹੈ, ਬਦਨ ਤੋਂ ਪੱਤਾ ਪੱਤਾ ਹੋ ਕੇ ਪੈਰਨ ਕਰ ਰਿਹਾ ਹੈ। ਮੇਰਾ ਸਿਰ ਤਾਰਿਆਂ ਵਿਚਕਾਰ ਬੇਵੱਸ ਘੁੰਮ ਰਿਹਾ ਹੈ। ਮੇਰੇ ਨਾਂ ਨੂੰ ਕੋਈ ਬੇਨਾਮ ਭਾਂਬੜ ਚੁੰਬ ਰਿਹਾ ਹੈ। ਮੈਂ ਆਪਣੀ ਪੌਣ ਅਗਨੀ ਹੋ ਰਹੀ ਹਾਂ, ਮੈਂ ਆਪਣੇ ਨਾਂ ਤੋਂ ਵੱਖਰੀ ਹੋ ਰਹੀ ਹਾਂ। ਜੋ ਮੇਰੇ ਦਿਲ ਵਿੱਚ ਵੱਸਦਾ ਹੈ ਉਸ ਨੂੰ ਨਿਕਾਲਾ ਸ਼ਹਿਰ ਤੋਂ ਤਾਂ ਹੀ ਦਵਾਇਆ ਕਿ ਸ਼ਾਇਦ ਇਉਂ ਹੀ ਦਿਲ 'ਚੋਂ ਨਿਕਲ ਜਾਵੇ। ਮੈਂ ਦਿਲ ਅਤੇ ਸ਼ਹਿਰ ਦੋਹਾਂ ਨੂੰ ਰਲਾਇਆ। ਫੀਦਰਾ ਭੁੱਖੀ ਰਹਿ ਕੇ ਆਪਣੇ ਆਪ ਨੂੰ ਮਾਰਨਾ ਚਾਹੁੰਦੀ ਹੈ। ਹਿਪੋਲਾਈਟਸ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਵੀ ਉਹ ਉਦੋਂ ਕਰਦੀ ਹੈ ਜਦੋਂ ਉਸ ਨੂੰ ਇਹ ਖਬਰ ਮਿਲਦੀ ਹੈ ਕਿ ਉਸ ਦਾ ਪਤੀ ਦੂਰ ਕਿਸੇ ਮੁਹਿੰਮ 'ਤੇ ਮਾਰਿਆ ਗਿਆ। ਇਹ ਖਬਰ ਅਖੀਰ ਝੂਠੀ ਨਿਕਲੀ। ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਵੀ ਉਹ ਇਹੀ ਕਹਿੰਦੀ ਹੈ, ਮੈਂ ਪਾਗਲ ਹਾਂ, ਇਹ ਨਾ ਸਮਝੀ ਮੈਂ ਪਾਗਲ ਹੋਣਾ ਚਾਹਿਆ ਸੀ। ਉਹ ਆਪਣੇ ਅੱਗ ਵਿੱਚ ਸੜਦੀ ਆਪਣੇ ਆਪ ਨੂੰ ਕੋਸਦੀ ਰਹਿੰਦੀ ਹੈ। ਸਾਰੇ ਨਾਟਕ ਵਿੱਚ ਕੋਈ ਹੋਰ ਕਿਰਦਾਰ ਉਸ ਲਈ ਇਹੋ ਜਿਹੇ ਨਿਰਾਦਰ ਭਰੇ ਸ਼ਬਦ ਨਹੀਂ ਵਰਤੇਗਾ ਜਿਹੋ ਜਿਹੇ ਉਹ ਆਪਣੇ ਆਪ ਲਈ ਵਰਤਦੀ ਆ।
ਮੈਂ ਤੇਰੇ ਸਫ਼ਿਆਂ 'ਤੇ ਮੈਲਾ ਹਰਫ ਹਾਂ, ਮਿਟਣ ਖਾਤਰ ਖੁਦ ਤੜਫਦੀ ਆਪ ਹਾਂ। ਮੈਂ ਅਗਨ ਹਾਂ, ਸਾਰਿਆਂ ਨੂੰ ਸਾੜਦੀ, ਸਾਰਿਆਂ ਤੋਂ ਵੱਧ ਤੇ ਸੜਦੀ ਆਪ ਹਾਂ। ਮੈਂ ਕਿਸੇ ਕਾਲੀ ਕਥਾ ਦੀ ਨਾਇਕਾ, ਬੇਅਦਬ ਸ਼ਬਦਾਵਲੀ ਦਾ ਜਾਪ ਹਾਂ। ਪ੍ਰੇਤ ਦਾ ਪਹਿਰਾ ਹਾਂ ਮੇਰੀ ਹੋਂਦ 'ਤੇ, ਮੈਂ ਕਿਸੇ ਦਿਉਤੇ ਦਾ ਘੋਰ ਸ਼ਰਾਪ ਹਾਂ। ਹਿਪੋਲਾਈਟਸ ਉਸ ਦੇ ਪਿਆਰ ਨੂੰ ਠੁਕਰਾ ਦਿੰਦਾ ਹੈ, ਪਰ ਫੀਦਰਾ ਨੂੰ ਉਸ 'ਤੇ ਕ੍ਰੋਧ ਨਹੀਂ ਆਉਂਦਾ। ਉਹ ਸਮਝਦੀ ਹੈ ਕਿ ਹਿਪੋਲਾਈਟਸ ਪਵਿੱਤਰ ਆਤਮਾ ਹੈ। ਉਹ ਔਰਤ ਮਰਦ ਦੇ ਪਿਆਰ ਤੋਂ ਵਾਕਿਫ ਹੀ ਨਹੀਂ। ਪਰ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਹਿਪੋਲਾਈਟਸ ਸ਼ਹਿਜ਼ਾਦੀ ਆਰਸੀਆ ਨੂੰ ਪਿਆਰ ਕਰਦਾ ਹੈ ਤਾਂ ਉਸ ਹਸਦ ਅਤੇ ਨਫ਼ਰਤ ਦੇ ਨਾਲ ਉਹ ਭਰ ਜਾਂਦੀ ਹੈ। ਇਹ ਮੈਂ ਕੀ ਸੁਣਿਆ ਮੇਰੀ ਜਾਨ, ਘਾਇਲ ਤੇਰਾ ਤਨ ਮਨ ਹੋਇਆ ਬਾਜੋ ਤੀਰ ਕਮਾਨ। ਮੈਂ ਸੀ ਉਸ ਨੂੰ ਖਿੱਚ ਲਿਆਉਣਾ ਮੌਤ ਦੀਆਂ ਬਾਹਾਂ 'ਚ, ਗੰਧ ਮੈਨੂੰ ਸੌਕਣ ਦੀ ਆਵੇ ਹੁਣ ਉਸ ਦੀਆਂ ਸਾਹਾਂ 'ਚ। ਜਿਸ ਨੂੰ ਮੈਂ ਸੀ ਸਮਝਿਆ ਪੱਥਰ, ਉਹ ਵੀ ਕਿਸੇ ਦਾ ਜਲ ਹੈ। 100 ਸਾਗਰ ਹੈ ਹੋਰ ਕਿਸੇ ਦਾ, ਮੇਰਾ ਮਾਰੂਥਲ ਹੈ। ਉਸ ਤੋਂ ਬਾਅਦ ਕਿਸੇ ਦੇ ਰਾਹ ਵਿੱਚ ਵਿਛੜਿਆ ਤੱਕਿਆ ਮੈਂ ਆਪਣਾ ਅਸਮਾਨ, ਇਹ ਮੈਂ ਕੀ ਸੁਣਿਆ ਮੇਰੀ ਜਾਨ। ਪਲ ਪਹਿਲਾਂ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦੀ ਰਹੀ ਸਾਂ, ਕਰਨ ਲਈ ਇਕਬਾਲ ਗੁਨਾਹ ਦਾ ਅੰਦਰੋਂ ਸੁਲਗ ਰਹੀ ਹਾਂ। ਪਰ ਮੈਂ ਅਗਨੀ ਹੁਣ ਸੁਲਗੀ, ਉਹਦੀ ਲਾਟ ਗਈ ਅਸਮਾਨ, ਇਹ ਮੈਂ ਕੀ ਸੁਣਿਆ ਮੇਰੀ ਜਾਨ। ਕਹਿੰਦੇ ਇਸ ਤੋਂ ਬਾਅਦ ਫੀਦਰਾ ਹਿਪੋਲਾਈਟਸ 'ਤੇ ਝੂਠੀ ਤੌਮਤ ਲਾਉਂਦੀ ਹੈ। ਪਿਤਾ ਦੇ ਸ਼ਰਾਫ ਕਾਰਨ ਹਿਪੋਲਾਈਟਸ ਆਪਣੇ ਹੀ ਘੋੜਿਆਂ ਦੇ ਪੌੜਾਂ ਹੇਠਾਂ ਮਿਧਿਆ ਜਾਂਦਾ ਹੈ। ਪਿਤਾ ਨੂੰ ਪੁੱਤਰ ਦੀ ਮੌਤ ਦੀ ਖਬਰ ਮਿਲਦੀ ਹੈ। ਨਗਰ ਦੇ ਸ਼ਾਹੀ ਦਰਵਾਜ਼ੇ ਦੇ ਬਾਹਰ ਚੜ੍ਹੀ ਹੋਈ ਨਦੀ ਦੇ ਉਸ ਕਿਨਾਰੇ, ਜਦੋਂ ਅੰਬਰ 'ਤੇ ਸੂਰਜ ਚੜ੍ਹ ਰਿਹਾ ਸੀ, ਤੇਰੇ ਮਹਿਲਾਂ ਦਾ ਸੂਰਜ ਡੁੱਬ ਰਿਹਾ ਸੀ, ਤੇਰਾ ਪੁੱਤਰ ਉੱਥੇ ਮਰਿਆ ਪਿਆ ਸੀ। ਜੇ ਉਹ ਚਾਹੁੰਦਾ ਤਾਂ ਸਭ ਕੁਝ ਬਾਲ ਦਿੰਦਾ, ਸ਼ਹਾਨਾ ਪੈਰਾਂ ਨੂੰ ਜਾਲ ਦਿੰਦਾ, ਨਦੀਆਂ ਦੇ ਪਾਣੀਆਂ ਨੂੰ ਉਬਾਲ ਦਿੰਦਾ, ਇਹਨਾਂ ਦੀ ਤਹਿ ਤੋਂ ਰਾਜ ਉਛਾਲ ਦਿੰਦਾ। ਪਰ ਉਹਨਾਂ ਨੂੰ ਆ ਗਿਆ ਸੀ ਰਹਿਮ ਸਭ 'ਤੇ ਨਹੀਂ, ਉਸ 'ਤੇ ਕਿਸੇ ਨੂੰ ਕੁਝ ਕਿਹਾ ਸੀ। ਉਹ ਆਪਣੇ ਸੇਕ ਵਿੱਚ ਖੁਦ ਲੜ ਰਿਹਾ ਸੀ, ਤੇਰਾ ਪੁੱਤ ਉੱਥੇ ਮਰਿਆ ਪਿਆ ਸੀ। ਕਹਿੰਦੇ ਮਤਰੇਈ ਪੁੱਤਰ ਦੀ ਖਬਰ ਸੁਣਨ ਤੋਂ ਪਹਿਲਾਂ ਫੀਦਰਾ ਜ਼ਹਿਰ ਪੀ ਲੈਂਦੀ ਹੈ। ਉਹ ਆਪਣੇ ਆਖਰੀ ਛਿਨਾਂ ਵਿੱਚ ਆਪਣੇ ਪਤੀ ਅੱਗੇ ਇੱਕ ਦੋਸ਼ ਦਾ ਇਕਬਾਲ ਕਰਦੀ ਹੈ, ਮੇਰੇ ਕੋਲ ਵਕਤ ਥੋੜ੍ਹਾ ਹੈ, ਪਰ ਤੈਨੂੰ ਇਹ ਦੱਸਣ ਤੋਂ ਬਿਨਾਂ ਹੀ ਮੈਂ ਜਾਣਾ ਨਹੀਂ ਚਾਹੁੰਦੀ ਕਿ ਮੈਂ ਤੇਰੇ ਪੁੱਤਰ ਦੀ ਕਾਮਨਾ ਕੀਤੀ ਸੀ। ਮੈਂ ਹੀ ਬਦਕਾਰ ਹਾਂ ਉਸਦੇ ਵੇਗ ਵਿੱਚ ਮੱਤੀ। ਮੈਂ ਆਪਣੇ ਆਪ ਨੂੰ ਬੜਾ ਰੋਕਿਆ, ਪਰ ਰੱਬ ਨੇ ਮੇਰੇ ਸੀਨੇ ਅੰਦਰ ਪਤਾ ਨਹੀਂ ਕਿਹੋ ਜਿਹੀ ਅੱਗ ਬਾਲ ਦਿੱਤੀ। ਮੇਰੇ ਸੀਨੇ ਵਿੱਚ ਕਟਾਰ ਖੋਭ ਕੇ ਮਰਨਾ ਚਾਹੁੰਦੀ ਸੀ। ਕਹਿੰਦੀ ਮੈਂ ਸੀਨੇ ਵਿੱਚ ਕਟਾਰ ਖੋਭ ਕੇ ਮਰਨਾ ਚਾਹੁੰਦੀ ਸੀ, ਪਰ ਫਿਰ ਮੈਂ ਸੋਚਿਆ ਜ਼ਹਿਰ ਪੀਵਾਂਗੀ, ਜ਼ਹਿਰ ਨਾਲ ਮੌਤ ਹੌਲੀ ਹੌਲੀ ਹੋਵੇਗੀ, ਮੇਰੇ ਕੋਲ ਵਕਤ ਹੋਵੇਗਾ ਦੱਸਣ ਦਾ। ਹੁਣ ਦਿਲ ਕਿਸੇ ਅਣਜਾਣੀ ਕਿਸੇ ਭਾਵਨਾ ਨਾਲ ਜ਼ਖ਼ਮ ਹੋ ਗਿਆ, ਮੇਰੀਆਂ ਅੱਖਾਂ ਦੀ ਲੋ ਮੱਧਮ ਹੋ ਗਈ। ਮੇਰੀਆਂ ਉਹੀ ਅੱਖਾਂ ਹਨ ਜਿਨ੍ਹਾਂ 'ਚੋਂ ਕੁਝ ਦੇਖਿਆ ਮੈਲਾ ਕਰ ਦਿੱਤਾ। ਫਰਾਂਸੀਸੀ ਨਾਟਕ ਰੇਸੀਨ ਨੇ ਵੀ ਯੂਰੀਪੀਡੀਜ਼ ਵਾਂਗ ਫੀਦਰਾ ਦੇ ਵੇਗ ਨੂੰ ਦੇਵੀ ਦੇਵਤਿਆਂ ਦੀ ਕਰੋਪੀ ਨਾਲ ਜੋੜਿਆ ਹੈ। ਉਹ ਸੰਸਾਰ ਇਸ ਤਰ੍ਹਾਂ ਕਰਕੇ ਦੇਵੀ ਵੀਨਸ ਤੇ ਫੀਦਰਾ ਤੋਂ ਬਦਲਾ ਲੈਣਾ ਚਾਹੁੰਦੀ ਸੀ, ਜਿਸ ਦੇ ਪੁਰਖੇ ਸੂਰਜ ਦੇ ਵੀਨਸ ਦੇ ਪ੍ਰੇਮ ਨੂੰ ਨਸ਼ਰ ਕੀਤਾ ਸੀ। ਫੀਦਰਾ ਦਾ ਪੰਜਾਬੀ ਰੂਪਾਂਤਰ ਵਿੱਚ ਯੂਨਾਨੀ ਦੇਵਤਿਆਂ ਦੀ ਥਾਂ 'ਤੇ ਮੈਂ 5 ਤੱਤਾਂ ਮਿੱਟੀ, ਪਾਣੀ, ਅਗਨੀ, ਪੌਣ ਤੇ ਆਕਾਸ਼ ਨੂੰ ਸ਼ਾਮਲ ਕੀਤਾ। ਕੋਈ ਮਾਨਵ ਕੀ ਬਣਦਾ ਜਾਂ ਕੀ ਕਰਦਾ, ਇਸ ਵਿੱਚ ਉਸ ਦੀ ਸੁਤੰਤਰਤਾ ਇੱਛਾ ਕਿੰਨੀ ਕੁ ਹੁੰਦੀ ਹੈ, ਕਿੰਨਾ ਕੁ ਕੁਦਰਤ ਸਬੱਬ ਅਤੇ ਸੰਜੋਗ ਦਾ ਹਿੱਸਾ, ਕਿੰਨੀ ਕੁ ਕੁਦਰਤ, ਕਿੰਨਾ ਕੁ ਸੱਭਿਆਚਾਰ, ਕਿੰਨਾ ਕੁ ਸਚੇਤ, ਕਿੰਨਾ ਕੁ ਅਚੇਤ। ਧਰਮ ਅਤੇ ਵਿਗਿਆਨ ਦੀ ਇਹ ਆਜੁਗੰਤੀ ਜਿਗਿਆਸਾ ਅਜੇ ਤੱਕ ਵੀ ਕਾਇਮ ਹੈ। ਰੂਪਾਂਤਰਿਤ ਨਾਟਕ ਵਿੱਚ ਇਹ ਅੰਤਿਮ ਗੀਤ ਮੈਂ ਆਪਣੇ ਵੱਲੋਂ ਸ਼ਾਮਲ ਕੀਤਾ। ਰੂਪਾਂਤਰ ਦਾ ਨਾਮ ਫਿਦਾ ਰੱਖਿਆ। ਆ ਬੀਤੀ ਜ਼ਹਿਰ ਨਾਲ ਮਰ ਰਹੀ ਫਿਦਾ ਦੇ ਅੰਤਿਮ ਛਿਨਾਂ ਵਿੱਚ ਕੋਰਸ ਇਹ ਗੀਤ ਗਾਉਂਦਾ ਹੈ, ਵਗਦੀਓ ਨਦੀਓ ਤੜਫਦਿਓ ਜਲੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚਲੋ। ਮੈਂ ਸਮਝਿਆ ਸੀ ਮੈਂ ਜਲ ਦੀ ਧਾਰ ਹਾਂ, ਭੁੱਲ ਗਈ ਸਾਂ ਕਿ ਮੈਂ ਇੱਕ ਨਾਰ ਹਾਂ। ਫਿਰ ਬਣਾਓ ਭਾਫਦੇ ਸੂਰਜ ਤਪੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚਲੋ। ਫਸ ਗਈ ਇੱਕ ਲਹਿਰ ਸ਼ਬਦ ਦੇ ਜਾਲ ਵਿੱਚ, ਨਾ 'ਚ ਫਸਿਆ ਰੂਪ ਸੀ ਜੰਜਾਲ ਵਿੱਚ। ਬਹੁਤਾ ਫਿਰਾ ਹੋਗ ਹੁਣ ਵਿਦਿਆ ਕਰੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚੱਲੋ। ਹੁਣ ਰਹੇ ਨਾ ਰੂਪ ਕੋਈ ਨਾਮ ਨਾ, ਰਲਣ ਦੇ ਸਾਗਰ ਦਾ ਕਤਰਾ ਕਾਮਣਾ। ਨਾਮ ਦਾ ਇਲਜ਼ਾਮ ਕੰਢੇ 'ਤੇ ਧਰੋ, ਮੈਨੂੰ ਆਪਣੇ ਸੋਮਿਆਂ ਵੱਲ
ਲੈ ਚਲੋ। ਸ਼ਬਦ ਦੇ ਸੰਗ ਹੋਂਦ ਜੁਗ ਜੁਗ ਖੇਲਣਾ, ਭੇਤ ਰਚਨਾ ਵਿਛੁੰਨਣਾ ਮੇਲਣਾ, ਕਿਰਨ ਸੂਰਜ ਮੇਲ ਜਲਕਾ ਜਲ ਕਰੋ, ਮੈਨੂੰ ਆਪਣੇ ਸੋਮਿਆਂ ਵੱਲ ਲੈ ਚਲੋ। ਇਸ ਵਾਰਤਕ ਰਚਨਾ ਦੇ ਵਿੱਚ ਲੇਖਕ ਨੇ ਯੂਨਾਨ ਦੀ ਲੂਣਾ ਦੀ ਗੱਲ ਕੀਤੀ ਹੈ, ਜੋ ਸਾਡੀ ਪੰਜਾਬੀ ਲੂਣਾ ਵਾਂਗ ਹੈ। ਪਰ ਜਿਹੜਾ ਫਰਾਂਸੀਸੀ ਨਾਟਕਕਾਰ ਰੈਸੀਨ ਲਿਖਦਾ ਫੀਦਰਾ, ਉਹ ਫੀਦਰਾ ਉਹ ਔਰਤ ਹੈ ਜਿਹੜੀ ਆਪਦੇ ਪਤੀ ਨੂੰ ਪਿਆਰ ਨਹੀਂ ਕਰਦੀ, ਸਗੋਂ ਆਪਣੇ ਮਤਰੇਏ ਪੁੱਤਰ ਨੂੰ ਪਿਆਰ ਕਰਦੀ ਹੈ, ਜਿਹਦੀ ਉਹ ਮੌਤ ਦਾ ਵੀ ਕਾਰਨ ਬਣਦੀ ਹੈ ਅਤੇ ਪਿੱਛੋਂ ਆ ਕੇ ਉਹ ਚੀਜ਼ ਦਾ ਅਹਿਸਾਸ ਵੀ ਕਰਦੀ ਹੈ। ਇਸ ਬਾਰੇ ਜਿਹੜਾ ਸਾਨੂੰ ਲੇਖਕ ਨੇ ਦੱਸਿਆ, ਅਤੇ ਲੇਖਕ ਨੇ ਇਸ ਰਚਨਾ ਦਾ ਜਿਹੜਾ ਆਪਣੀ ਰਚਨਾ ਹੈਗੀ ਹੈ ਮਤਲਬ ਯੂਨਾਨ ਦੀ, ਤਾਂ ਉਸ ਯੂਨਾਨ ਦੀ ਰਚਨਾ ਨੂੰ ਆਪਦੀ ਰਚਨਾ ਬਣਾਇਆ ਪੰਜਾਬੀ ਦੇ ਵਿੱਚ ਯੂਨਾਨ ਦੀ ਲੂਣਾ। ਤਾਂ ਫੀਦਰਾ ਬਾਰੇ ਜਿਹੜਾ ਇਹਦੇ ਵਿੱਚ ਦੱਸਿਆ ਗਿਆ, ਫੀਦਰਾ ਨੂੰ ਕਵੀ ਨੇ ਲੇਖਕ ਨੇ ਲੂਣਾ ਦਾ ਜਿਹੜਾ ਨਾਮ ਦਿੱਤਾ ਹੈ ਵੀ ਉਹਦੀ ਜਿਹੜੀ ਇੱਕ ਪਿਆਰ ਕਰਨ ਦੀ ਭਾਵਨਾ ਹੈ, ਜਾਂ ਉਹ ਆਪਦੀ ਗਲਤੀਆਂ ਕਰਕੇ ਆਪਦੀ ਜਾਨ ਦੇ ਦਿੰਦੀ ਹੈ, ਉਸ ਨੂੰ ਇਹਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ।